ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਢਾਬ ਬਸਤੀ ਰਾਮ ਤੇ ਇੱਕ ਸਾਬਣ ਦਾ ਕਾਰਖਾਨਾ ਹੈ ਜਿਸ ਦੇ ਮਾਲਕ ਦਾ ਨਾਂ ਤਰਲੋਚਨ ਸਿੰਘ ਹੈ। ਆਨੰਦ ਚਮਤਕਾਰ ਦੇ ਲੇਖਕ ਭਾਈ ਗੁਰਮੁਖ ਸਿੰਘ ਜੀ ਨੇ ਇਹ ਜ਼ਿਕਰ ਸੁਣਾਇਆ ਕਿ ਉਹਨਾਂ ਦਾ ਕਾਰਖਾਨਾ ਬਹੁਤ ਵਧੀਆ ਚੱਲਦਾ ਸੀ, ਪਰ ਅਚਾਨਕ ਹੌਲੀ ਹੌਲੀ ਘਾਟੇ ਵਿੱਚ ਜਾਣਾ ਸ਼ੁਰੂ ਹੋ ਗਿਆ। ਕਿਸੇ ਦਾ ਚੰਗਾ ਭਲਾ ਚੱਲਦਾ ਕੰਮ ਜਦੋਂ ਥੱਲੇ ਆਉਣਾ ਸ਼ੁਰੂ ਹੋ ਜਾਵੇ ਤਾਂ ਜਿਸ ਨਾਲ ਇਹ ਬੀਤਦੀ ਹੈ ਉਹ ਉਹੀ ਜਾਣ ਸਕਦਾ ਹੈ। ਇਤਨਾ ਘਾਟਾ ਪੈਣਾ ਸ਼ੁਰੂ ਹੋ ਗਿਆ ਕਿ ਸਫੇਦ ਪੋਸ਼ ਪਰਿਵਾਰ ਵਿੱਚ ਕੁਝ ਮਹੀਨਿਆਂ ਵਿੱਚ ਕੰਗਾਲੀ ਦੀ ਹਾਲਤ ਵਿੱਚ ਪਹੁੰਚ ਗਿਆ। ਜਿੱਧਰ ਹੱਥ ਪ੍ਰਾਣ ਮਿੱਟੀ ਹੋ ਜਾਵੇ, ਸਭ ਪਾਸੇ ਨੁਕਸਾਨ ਹੀ ਨੁਕਸਾਨ। ਹੌਲੀ ਹੌਲੀ ਰਾਸ ਵੀ ਖਾਧੀ ਗਈ, ਸਾਰਾ ਪੈਸਾ ਫਸ ਗਿਆ। ਬੜੀ ਤਰਸਯੋਗ ਹਾਲਤ ਵਿੱਚ ਹੋ ਗਈ ਇਸ ਪਰਿਵਾਰ ਦੀ। ਕਿਸੇ ਮਹਾਂਪੁਰਸ਼ਾਂ ਨਾਲ ਉਹਨਾਂ ਦਾ ਮੇਲ ਮਿਲਾਪ ਸੀ। ਜਦੋਂ ਉਹਨਾਂ ਨੂੰ ਜਾ ਕੇ ਆਪਣੀ ਸਾਰੀ ਵਿਥਿਆ ਸੁਣਾਈ ਤਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਆਪਣੇ ਘਰ ਸਾਰੇ ਮੈਂਬਰ ਰਲ ਕੇ ਦਿਨ ਦੇ ਸਮੇਂ ਸ਼੍ਰੀ ਸੁਖਮਨੀ ਸਾਹਿਬ ਸੈਂਚੀ ਤੇ ਅਖੰਡ ਲੜੀ ਚਲਾਓ। 40 ਦਿਨ ਲਈ ਹਫ਼ਤੇ ਬਾਅਦ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਅਰਦਾਸ ਕਰੀ ਜਾਓ। ਪਰਿਵਾਰ ਨੇ ਬਚਨ ਮੰਨਿਆ ਤੇ ਘਰ ਵਿੱਚ ਸੁਖਮਨੀ ਸਾਹਿਬ ਜੀ ਦੀਆਂ ਅਖੰਡ ਲੜੀਆਂ ਚਲਾ ਦਿੱਤੀਆਂ। ਹਫ਼ਤੇ ਕੁ ਬਾਅਦ ਉਹਨਾਂ ਨੇ ਕਿਸੇ ਕੋਲੋਂ 20-25 ਹਜ਼ਾਰ ਰੁਪਏ ਉਧਾਰੇ ਫੜ ਕੇ ਸਾਬਣ ਬਣਾਉਣ ਲਈ ਜ਼ਰੂਰੀ ਸਮਾਨ ਤੇਲ, ਕਾਸਟਿਕ ਸੋਡਾ ਆਦਿ ਲਿਆ ਤੇ ਵੱਡੇ ਕੜਾਹੇ ਵਿੱਚ ਸਾਬਣ ਬਣਾਉਣ ਲਈ ਪਾ ਦਿੱਤਾ ਤੇ ਥੱਲੇ ਅੱਗ ਬਾਲ ਦਿੱਤੀ ਕਿ ਸਾਬਣ ਤਿਆਰ ਕਰ ਕੇ ਵੇਚੀਏ। ਪਰ ਰੱਬ ਦੀ ਕਰਨੀ, ਉਸ ਕੜਾਹੇ ਵਿੱਚ ਵੱਡਾ ਸਾਰਾ ਛੇਕ ਹੋ ਗਿਆ ਤੇ ਤੇਲ ਆਦਿ ਸਾਰਾ ਸਮਾਨ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ। ਅੱਗੇ ਹੀ ਨੁਕਸਾਨ ਬਹੁਤ ਹੋ ਚੁੱਕਾ ਸੀ। ਇਹ 25,000 ਜੋ ਉਧਾਰ ਲਿਆ ਸੀ, ਇਹ ਸੋਚ ਕੇ ਕਿ ਇਸ ਨਾਲ ਥੋੜਾ ਬਹੁਤ ਕੰਮ ਸ਼ੁਰੂ ਕਰ ਸਕਦੇ ਹਾਂ, ਉਹ ਵੀ ਮਿੱਟੀ ਹੋ ਗਿਆ। ਹੋਰ ਕਰਜ਼ਾ ਸਿਰ ਤੇ ਚੜ ਗਿਆ। ਪਰਿਵਾਰ ਦੇ ਕਈ ਜੀ ਤਾਂ ਇੱਥੋਂ ਤੱਕ ਕਹਿਣ ਲੱਗੇ ਕਿ ਚੰਗਾ ਸੁਖਮਨੀ ਸਾਹਿਬ ਜੀ ਦਾ ਲੜ ਪੜਿਆ ਹੈ, ਇਸ ਨੇ ਤਾਂ ਕੁਝ ਸਵਾਰਨ ਦੀ ਥਾਂ ਸਾਨੂੰ ਹੋਰ ਡੋਬ ਕੇ ਰੱਖ ਦਿੱਤਾ ਹੈ। ਜਦੋਂ ਉਹਨਾਂ ਨੇ ਮਹਾਂਪੁਰਸ਼ਾਂ ਨੂੰ ਇਹ ਸਾਰੀ ਘਟਨਾ ਸੁਣਾਈ, ਉਹ ਕਹਿਣ ਲੱਗੇ ਕਿ ਤੁਸੀਂ ਘਬਰਾਓ ਨਾ, ਇਸ ਵਿੱਚ ਕੋਈ ਭਲਾ ਹੀ ਛੁਪਿਆ ਹੈ, ਕਿਉਂਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਕਾਰਜ ਸਵਾਰਦੀ ਹੈ, ਵਿਗਾੜਦੀ ਨਹੀਂ। ਸਾਡਾ ਵਿਸ਼ਵਾਸ ਹੈ ਕਿ ਸਤਿਗੁਰਾਂ ਨੇ ਤੁਹਾਨੂੰ ਕਿਸੇ ਆਉਣ ਵਾਲੇ ਵੱਡੇ ਖਤਰੇ ਤੋਂ ਬਚਾਇਆ ਹੈ, ਤੁਹਾਡੀ ਰਾਖੀ ਕੀਤੀ ਹੈ। ਅਜੇ ਤਾਂ ਤੁਹਾਨੂੰ ਸਿਰਫ ਹਫ਼ਤਾ ਹੋਇਆ ਹੈ ਬਾਣੀ ਦੇ ਪ੍ਰਭਾਵ ਚਲਾਉਂਦਿਆਂ, ਤੁਸੀਂ 40 ਦਿਨ ਪੂਰੇ ਤਾਂ ਕਰੋ, ਗੁਰੂ ਸਾਹਿਬ ਭਲੀ ਕਰਨਗੇ। ਮਹਾਂਪੁਰਸ਼ਾਂ ਦੀ ਆਪਣੀ ਕਮਾਈ ਸੀ, ਉਹਨਾਂ ਦੇ ਬਚਨਾਂ ਵਿੱਚ ਤਾਕਤ ਸੀ। ਸਾਰਾ ਪਰਿਵਾਰ ਉਸੇ ਤਰ੍ਹਾਂ ਲੱਗਾ ਰਿਹਾ, ਕਿਸੇ ਵਿਸ਼ਵਾਸ ਨਾਲ ਪੜੀ ਤੇ ਕਿਸੇ ਨੇ ਬੁੱਝੇ ਮਨ ਨਾਲ, ਪਰ ਪੜਦੇ ਸਾਰੇ ਰਹੇ। ਪਰਿਵਾਰ ਦੇ ਮੁਖੀਆਂ ਨੇ ਫਿਰ ਤੋਂ ਕੁਦਰੋਂ ਪੈਸੇ ਦਾ ਬੰਦੋਬਸਤ ਕੀਤਾ ਕਿ ਫੇਰ ਤੋਂ ਸਾਬਣ ਬਣਾਉਣ ਦੀ ਤਿਆਰੀ ਕਰੀਏ। ਉਹਨਾਂ ਨੇ ਨਵਾਂ ਕੜਾਹਾ ਬਣਾਇਆ ਤੇ ਸੋਚਿਆ ਭੱਠੀ ਵਿੱਚ ਪੁੱਟ ਕੇ ਦੁਬਾਰਾ ਤੋਂ ਪੱਕੀ ਕਰ ਲਈਏ, ਕਿਉਂਕਿ ਸਾਰੀ ਭੱਠੀ ਖਰਾਬ ਹੋ ਗਈ ਸੀ। ਜਦੋਂ ਉਹਨਾਂ ਨੇ ਭੱਠੀ ਪੁੱਟੀ ਤਾਂ ਥੱਲਿਓਂ ਇੱਕ ਘੜਾ ਨਿਕਲਿਆ। ਉਹ ਘੜਾ ਵੇਖ ਕੇ ਬੜਾ ਹੈਰਾਨ ਹੋਏ ਕਿ ਇੱਥੇ ਭੱਠੀ ਦੇ ਹੇਠਾਂ ਘੜਾ ਕਿੱਥੋਂ ਆ ਗਿਆ। ਜਦੋਂ ਉਹਨਾਂ ਨੇ ਘੜਾ ਖੋਲ੍ਹਿਆ ਤਾਂ ਉਸ ਵਿੱਚ ਕੁਝ ਚੀਜ਼ਾਂ ਪੁੜੀਆਂ ਵਿੱਚ ਬੰਦ ਪਈਆਂ ਸਨ। ਜਦੋਂ ਉਹਨਾਂ ਨੇ ਉਹ ਬੰਦ ਪੁੜੀਆਂ ਖੋਲ੍ਹੀਆਂ ਤਾਂ ਉਹਨਾਂ ਵਿੱਚ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖੇ ਸਨ। ਉਹਨਾਂ ਨੇ ਮਹਾਂਪੁਰਸ਼ਾਂ ਨੂੰ ਉਹ ਘੜਾ ਲਿਜਾ ਕੇ ਦਿਖਾਇਆ ਜਿਸ ਵਿੱਚ ਇਹ ਸਾਰੇ ਟੋਟਕੇ ਪਏ ਸਨ। ਮਹਾਂਪੁਰਸ਼ਾਂ ਨੇ ਕਿਸੇ ਜੋਗੀ ਨੂੰ, ਜਿਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗਿਆਨ ਸੀ, ਇਹ ਦਿਖਾਇਆ। ਉਸ ਜੋਗੀ ਨੇ ਦੱਸਿਆ ਕਿ ਇਹ ਤਾਂ ਇਹੋ ਜਿਹੇ ਟੋਟਕੇ ਹਨ ਜਿਸ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਨੁਕਸਾਨ ਹੋ ਸਕਦਾ ਸੀ। ਮਹਾਂਪੁਰਸ਼ ਉਸ ਪਰਿਵਾਰ ਨੂੰ ਕਹਿਣ ਲੱਗੇ
ਕਿ ਇਹ ਜੋ ਤੁਸੀਂ ਆਪਣੇ ਘਰ ਵਿੱਚ ਸੁਖਮਨੀ ਸਾਹਿਬ ਜੀ ਦੇ ਅਖੰਡ ਪਰਿਵਾਰ ਚਲਾ ਕੇ ਅਰਦਾਸ ਕੀਤੀ ਹੈ, ਉਸ ਨੇ ਤੁਹਾਨੂੰ ਆਉਣ ਵਾਲੇ ਭਉਜੋ ਤੋਂ ਬਚਾ ਲਿਆ ਹੈ। ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਨੇ ਤੁਹਾਡੇ ਸਾਰੇ ਪਰਿਵਾਰ ਦੀ ਰਾਖੀ ਕੀਤੀ ਹੈ। ਹੁਣ ਨਵੇਂ ਸਿਰੇ ਤੋਂ ਆਪਣਾ ਕਾਰੋਬਾਰ ਸ਼ੁਰੂ ਕਰੋ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਆਪਣੇ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਹਿਰਾ ਹਮੇਸ਼ਾ ਰੱਖਣਾ। ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਨੇਮ ਕਦੇ ਨਾ ਛੱਡਣਾ, ਫਿਰ ਤੁਹਾਡਾ ਵੀ ਬਾਲ ਵਿੰਗਾ ਨਹੀਂ ਕਰ ਸਕੇਗਾ ਕੋਈ। ਉਹ ਪਰਿਵਾਰ ਹਮੇਸ਼ਾ ਲਈ ਸੁਖਮਨੀ ਸਾਹਿਬ ਨਾਲ ਜੁੜ ਗਿਆ। ਅੱਜ ਸੁਖਮਨੀ ਸਾਹਿਬ ਦੀ ਬਰਕਤ ਨਾਲ ਉਹ ਪਰਿਵਾਰ ਲੱਖਾਂਪਤੀ ਹੈ। ਵੇਖ ਲਓ, ਜਿੱਥੇ ਨਹੀਂ ਗੁਰਸਿੱਖੀ, ਕਿਵੇਂ ਲੋਕ ਦੂਸਰਿਆਂ ਦਾ ਵਿਗਾੜਨ ਲਈ ਜੰਤਰ ਮੰਤਰ ਕਾਲੇ ਇਲਮਾਂ ਵਿੱਚ ਫਸੇ ਪਏ ਹਨ। ਇਹ ਚੀਜ਼ਾਂ ਜੇਕਰ ਇੱਕ ਦਾ ਕੁਝ ਸਵਾਰਦੀਆਂ ਹਨ ਤਾਂ ਦੂਜੇ ਦਾ ਵਿਗਾੜਦੀਆਂ ਹਨ। ਪਰ ਗੁਰਸਿੱਖੀ ਬੜੀ ਮਹਾਨ ਹੈ। ਗੁਰੂ ਦਾ ਸਿੱਖ ਤਾਂ ਸਭ ਦਾ ਭਲਾ ਮੰਗਦਾ ਹੈ, ਦੂਜੇ ਦਾ ਵਿਗਾੜ ਕੇ ਆਪਣਾ ਸਵਾਰਨ ਵਾਲੀ ਲਾਈਨ ਵਿੱਚ ਗੁਰੂ ਦਾ ਸਿੱਖ ਨਹੀਂ ਆਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।